ਹੈਲੋ ਐਵਰੀਬਡੀ ਵੈਲਕਮ ਟੂ ਦ ਚੈਨਲ। ਸੋ ਅੱਜ ਆਪਾਂ ਕਰਾਂਗੇ ਸੈਕਸ਼ਨ ਸੀ, ਜਿਹਦੇ ਵਿੱਚ ਆਪਾਂ ਕਰਾਂਗੇ ਨਾਂਵ ਤੇ ਪੜ੍ਹਨਾਂਵ। ਇਹਦੇ ਵਿੱਚ ਚੁਆਇਸ ਵਿੱਚ ਦੋ ਕੁਐਸਚਨ ਆਉਣਗੇ, ਸ਼ਬਦ ਬਣਤਰ ਅਤੇ ਸ਼ਬਦ ਸ਼੍ਰੇਣੀ। ਇਹਦੇ ਵਿੱਚ ਆਪਾਂ ਸ਼ਬਦ ਸ਼੍ਰੇਣੀ ਅੱਜ ਕਰਨ ਲੱਗੇ ਹਾਂ, ਜਿਹਦੇ ਵਿੱਚ ਆਪਾਂ ਨਾਂਵ, ਪੜ੍ਹਨਾਂਵ, ਕਿਰਿਆ ਵਿਸ਼ੇਸ਼ਣ ਆਦਿ ਬਾਰੇ ਦੇਖਾਂਗੇ। ਇਹ ਬਹੁਤ ਹੀ ਜ਼ਿਆਦਾ ਸੌਖਾ ਟੌਪਿਕ ਹੈ ਐਂਡ ਇਹਦੇ ਨਾਲ ਤੁਸੀਂ ਇਹਨੂੰ ਕਰਕੇ ਤੁਸੀਂ 20 ਨੰਬਰ ਆਪਣੇ ਸਿਕਿਉਰ ਕਰ ਸਕਦੇ ਹੋ। ਹੁਣ ਨਾਂਵ ਕੀ ਹੁੰਦਾ ਹੈ, ਇਸ ਦੀਆਂ ਕਿਸਮਾਂ ਬਾਰੇ ਉਦਾਹਰਨ ਸਹਿਤ ਜਾਣਕਾਰੀ ਦਿਓ। ਜਿਹੜਾ ਨਾਂਵ ਹੈ, ਨਾਂਵ ਦੀ ਪਰਿਭਾਸ਼ਾ ਲਿਖੋ ਅਤੇ ਇਹਦੀਆਂ ਕਿਸਮਾਂ ਬਾਰੇ ਲਿਖੋ। ਇਦਾਂ ਹੀ ਕੁਐਸਚਨ ਆਏਗਾ। ਨਾਂਵ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਰਾਹੀਂ ਅਸੀਂ ਚੀਜ਼ਾਂ, ਮਨੁੱਖਾਂ ਅਤੇ ਥਾਵਾਂ ਦਾ ਨਾਂ ਲੈਂਦੇ ਹਾਂ, ਜਿਵੇਂ ਪਿਓ, ਪੁੱਤਰ, ਧੁੱਪ, ਬੀੜੀ, ਧੰਨੇਸ਼ਾਹ, ਸ਼ੌਹਰਤ, ਤਮਾਕੂ ਆਦਿ। ਯਾਨੀ ਕਿ ਇਹਦੇ ਵਿੱਚ ਆਪਾਂ ਉਹ ਚੀਜ਼ਾਂ ਦੱਸਦੇ ਹਨ ਕਿ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਦਾ ਨਾਂ ਲੈ ਸਕੀਏ, ਜਿਹਨੂੰ ਆਪਾਂ ਇੰਗਲਿਸ਼ ਨਾਉਨ ਵੀ ਕਹਿ ਦਿੰਦੇ ਹਾਂ। ਹੁਣ ਇਹਦੇ ਕਿੰਨੇ ਪ੍ਰਕਾਰ ਹੁੰਦੇ ਹਨ? ਇਹਦੇ 5 ਪ੍ਰਕਾਰ ਹੁੰਦੇ ਹਨ। ਖਾਸ ਨਾਂਵ ਜਾਂ ਨਿੱਜੀ ਨਾਂਵ, ਜਿਹਦੇ ਵਿੱਚ ਆਪਾਂ ਕਿਸੇ ਇੱਕ ਬੰਦੇ ਨੂੰ ਸਪੈਸੀਫਿਕਲੀ ਕਿਸੇ ਇੱਕ ਬੰਦੇ ਨੂੰ ਆਪਾਂ ਬੁਲਾਉਂਦੇ ਹਾਂ, ਜਿਹਦਾ ਕਿ ਨਾਮ ਹੋਵੇ ਤੇ ਉਹਦੇ ਨਾਮ ਤੋਂ ਇਲਾਵਾ ਹੋਰ ਕੋਈ ਉੱਥੇ ਮੌਜੂਦ ਨਾ ਹੋਵੇ, ਜਿਵੇਂ ਕਿ ਰੀਟਾ, ਸੋਨੂ, ਮੋਨੂ, ਅੰਮ੍ਰਿਤਸਰ ਸਿਰਫ ਇੱਕੋ ਹੀ ਹੈ, ਅੰਮ੍ਰਿਤਸਰ ਤੋਂ ਦੂਜਾ ਹੈ ਹੀ ਨਹੀਂ, ਲੁਧਿਆਣਾ, ਨਿਊਯਾਰਕ, ਲੰਡਨ ਆਦਿ। ਇਹ ਸਾਰੇ ਹੋ ਗਏ ਖਾਸ ਨਾਂਵ। ਹੁਣ ਅੱਗੇ ਆਉਂਦੇ ਜਾਤੀਬੋਧਕ, ਜਾਤੀਵਾਚਕ ਨਾਂਵ ਜਾਂ ਆਮ ਜਾਤੀ ਨਾਂਵ। ਹੁਣ ਇਹ ਆਮ ਨਾਂਵ ਹੁੰਦੇ ਹਨ ਜਿਹਦੇ ਵਿੱਚ ਕਿਸੇ ਆਪਾਂ ਸਪੈਸੀਫਿਕਲੀ ਇੱਕ ਬੰਦੇ ਨੂੰ ਨਹੀਂ ਬੁਲਾਈਦਾ। ਜਦੋਂ ਸਾਨੂੰ ਉਹਦਾ ਨਾਮ ਨਾ ਪਤਾ ਹੋਵੇ ਤਾਂ ਆਪਾਂ ਉਹਨੂੰ ਏਦਾਂ ਇਹ ਵਰਡਸ ਯੂਜ਼ ਕਰਕੇ ਬੁਲਾ ਲਈਦਾ। ਜਿੱਦਾਂ ਹੋ ਗਿਆ, ਜਿਹੜੇ ਸ਼ਬਦ ਗਿਣਨਯੋਗ ਵਸਤੂਆਂ, ਵਿਅਕਤੀਆਂ ਜਾਂ ਜਾਨਵਰਾਂ ਦੀ ਪੂਰੀ ਸ਼੍ਰੇਣੀ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਜਾਤੀਬੋਧਕ ਨਾਂਵ ਜਾਂ ਜਾਤੀਵਾਚਕ ਨਾਂਵ ਜਾਂ ਜਾਤੀ ਨਾਂਵ ਜਾਂ ਆਮ ਨਾਂਵ ਵੀ ਆਖਿਆ ਜਾਂਦਾ ਹੈ। ਜਿਵੇਂ ਨੌਕਰ, ਹੁਣ ਨੌਕਰ ਦਾ ਕੋਈ ਨਾਮ ਨਹੀਂ ਹੈ, ਨੌਕਰ ਕੋਈ ਵੀ ਹੋ ਸਕਦਾ ਹੈ। ਦਰਿਆ, ਪਿੰਡ ਕੋਈ ਵੀ ਹੋ ਸਕਦਾ, ਪਿੰਡ ਦਾ ਨਾਮ ਕੋਈ ਵੀ ਹੋ ਸਕਦਾ, ਕਿਸੇ ਵੀ ਦਰਿਆ ਦਾ ਨਾਮ ਹੋ ਸਕਦਾ। ਪੁੱਤਰ, ਧੀ, ਘੋੜੀ, ਇਹਨਾਂ ਦੇ ਕੁਝ ਵੀ ਨਾਮ ਹੋ ਸਕਦੇ ਹੈ। ਇਹ ਹੋ ਗਏ ਆਮ ਨਾਮ। ਹੁਣ ਅਗਲਾ ਆਉਂਦਾ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ। ਮਨੁੱਖਾਂ, ਪਸ਼ੂਆਂ ਜਾਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਆਪਾਂ ਸਮੂਹਵਾਚਕ ਜਾਂ ਇਕੱਠਵਾਚਕ ਨਾਮ ਵੀ ਆਖ ਦਿੰਦੇ ਹਨ। ਜਿੱਦਾਂ ਕਿ ਗਰੁੱਪ ਨੂੰ, ਜਿਹੜਾ ਇਕੱਠ ਹੁੰਦਾ ਉਹਨੂੰ ਆਪਾਂ ਇਕੱਠਵਾਚਕ ਨਾਮ ਆਖਦੇ ਹਨ, ਜਿਵੇਂ ਕਿ ਕਲਾਸ, ਟੀਮ, ਮੰਡਲੀ। ਇਹ ਸਾਰੇ ਹੋ ਗਏ ਇਕੱਠਵਾਚਕ। ਅਗਲਾ ਆਉਂਦਾ ਹੈ ਪਦਾਰਥਵਾਚਕ ਨਾਮ ਜਾਂ ਵਸਤੂਵਾਚਕ, ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਬਾਰੇ ਗੱਲ ਕਰਦੇ ਹਾਂ। ਉਹਨਾਂ ਚੀਜ਼ਾਂ ਦੇ ਵਰਤੇ ਜਾਂਦੇ ਹਨ ਜੋ ਕੇਵਲ ਨਾਪੀਆਂ ਜਾਂ ਤੋਲੀਆਂ ਹੀ ਜਾਣ ਸਕਣ ਅਤੇ ਥਾਂ, ਘੇਰਨ ਜਾਂ ਗਿਣਨੀਆਂ ਨਾ ਜਾ ਸਕਣ, ਜਿਵੇਂ ਕਿ ਮਾਸ, ਪੱਥਰ, ਸੋਨਾ, ਜੰਜੀਰੀ, ਕਣਕ ਆਦਿ। ਇਹ ਸਾਰੀਆਂ ਕੀ ਹੋ ਗਿਆ? ਵਸਤੂਆਂ। ਭਾਵਵਾਚਕ ਯਾਨੀ ਕਿ ਇਮੋਸ਼ਨਸ, ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਣ, ਨਾ ਛੂਹੀਆਂ ਜਾ ਸਕਣ ਤੇ ਨਾ ਹੀ ਉਹਨਾਂ ਦਾ ਕੋਈ ਰੂਪ ਜਾਂ ਆਕਾਰ ਹੁੰਦਾ ਹੈ, ਇਹਨਾਂ ਨੂੰ ਭਾਵਵਾਚਕ ਕਿਹਾ ਜਾਂਦਾ ਹੈ। ਜਿਵੇਂ ਮੁਕੱਦਮਾ, ਹਮਲਾ, ਸੱਚ, ਝੂਠ, ਜ਼ਿੰਦਗੀ, ਕਿਰਨ, ਨੂਹਰ। ਇਹ ਸਾਰੇ ਕੀ ਹੋ ਗਏ? ਭਾਵ। ਤੇ ਇਹ ਸੀਗੇ ਪ੍ਰਕਾਰ ਨਾਵਾਂ ਦੇ, ਤੇ ਇਹਦੇ ਨਾਲ ਆਪਾਂ ਨਾਂਵ ਖਤਮ ਹੋ ਜਾਂਦਾ ਹੈ। ਹੁਣ ਆਪਾਂ ਕਰਾਂਗੇ ਪੜ੍ਹਨਾਂਵ। ਪੜ੍ਹਨਾਂਵ ਮੀਨਸ ਪ੍ਰੋਪਰ ਨਾਉਨ, ਜਿਹੜੇ ਕਿ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ। ਵਾਕ ਵਿੱਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗ੍ਹਾ ਤੇ ਵਰਤਿਆ ਜਾਂਦਾ ਹੋਵੇ ਉਸਨੂੰ ਪੜ੍ਹਨਾਂਵ ਆਖਦੇ ਹਨ, ਜਿਵੇਂ ਮੈਂ, ਅਸੀਂ, ਸਾਡਾ, ਤੂੰ, ਤੁਹਾਡਾ, ਇਹ, ਉਹ, ਇਸ, ਆਪ ਆਦਿ। ਹੁਣ ਜਿਹੜੇ ਪੜ੍ਹਨਾਂਵ ਹੁੰਦੇ ਹਨ ਉਹ ਕਿੱਦਾਂ ਵਰਤੇ ਜਾਂਦੇ ਹਨ? ਸਪੋਜ਼ ਕੋਈ ਆਪਾਂ ਪੈਰਾਗ੍ਰਾਫ ਲਿਖਣਾ ਹੈ ਤੇ ਆਪਾਂ ਰੀਟਾ ਬਾਰੇ ਲਿਖਣਾ ਹੈ, ਯਾਨੀ ਕਿ ਆਪਾਂ ਕੋਈ ਸਾਨੂੰ ਇਹਦਾ ਐਗਜ਼ਾਮਪਲ ਆ ਗਿਆ, ਆਪਣੇ ਦੋਸਤ ਬਾਰੇ ਲਿਖੋ। ਹੁਣ ਮੈਂ ਪੈਰਾਗ੍ਰਾਫ ਇੱਦਾਂ ਸ਼ੁਰੂ ਕਰਦੀ ਹਾਂ ਕਿ ਮੇਰੀ ਦੋਸਤ ਦਾ ਨਾਮ ਰੀਟਾ ਹੈ। ਹੁਣ ਆਪਾਂ ਹਰ ਲਾਈਨ 'ਚ ਰੀਟਾ ਰੀਟਾ ਨਹੀਂ ਲਿਖ ਸਕਦੇ। ਰੀਟਾ ਬਹੁਤ ਸੋਹਣੀ ਹੈ, ਰੀਟਾ ਬਹੁਤ ਇੰਟੈਲੀਜੈਂਟ ਹੈ, ਰੀਟਾ ਸਭ ਨਾਲ ਪਿਆਰ ਨਾਲ ਗੱਲ ਕਰਦੀ ਹੈ। ਆਪਾਂ ਇੱਦਾਂ ਬਾਰ-ਬਾਰ ਰੀਟਾ ਨਹੀਂ ਯੂਜ਼ ਕਰਾਂਗੇ। ਤਾਂ ਆਪਾਂ ਪਹਿਲੀ ਵਾਰ 'ਚ ਰੀਟਾ ਵਰਤ ਲਾਂਗੇ, ਫਿਰ ਉਸਨੂੰ ਵਧੀਆ ਤਰੀਕੇ ਨਾਲ ਬਣਾਉਣ ਲਈ ਆਪਾਂ ਪੜ੍ਹਨਾਂਵ ਵਰਤਾਂਗੇ। ਜਿਵੇਂ ਮੇਰੀ ਦੋਸਤ ਦਾ ਨਾਮ ਰੀਟਾ ਹੈ, ਉਹ ਬਹੁਤ ਸਿਆਣੀ ਕੁੜੀ ਹੈ, ਉਸ ਦਾ ਘਰ ਇੰਨੀ ਦੂਰ ਹੈ। ਆਪਾਂ ਇਹੋ ਜਿਹੇ ਉਹ, ਉਸਦਾ, ਤੁਹਾਡਾ ਇਹੋ ਜਿਹੇ ਸ਼ਬਦ ਯੂਜ਼ ਕਰਾਂਗੇ। ਹੁਣ ਜਿਹੜੇ ਪੜ੍ਹਨਾਂਵ ਹੁੰਦੇ ਹਨ ਉਹਨਾਂ ਨੇ ਇਹੀ ਕਿਹਾ ਕਿ ਵਾਰ-ਵਾਰ ਦੁਹਰਾਉਣ ਨੂੰ ਖਤਮ ਕਰ ਦਿੰਦੇ ਹਨ। ਜਿਵੇਂ ਰੀਟਾ 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 ਆਪਾਂ ਬਾਰ-ਬਾਰ ਨਹੀਂ ਲਿਖਾਂਗੇ, ਆਪਾਂ ਸਿਰਫ ਇੱਕ ਵਾਰ ਰੀਟਾ ਲਿਖਾਂਗੇ, ਫਿਰ ਆਪਾਂ ਲਿਖ ਦਾਂਗੇ ਉਹ, ਉਹਦਾ ਆਦਿ, ਇੱਦਾਂ ਕਰਕੇ। ਹੁਣ ਅਗਲਾ ਹੁੰਦਾ ਹੈ ਪੁਰਖਵਾਚਕ ਪੜ੍ਹਨਾਂਵ, ਜਿਹੜੇ ਕਿ ਕਿਸੇ ਪੁਰਖ ਜਾਂ ਪੁਰਖ ਦੀ ਥਾਂ ਹੀ ਵਰਤੇ ਜਾਣ, ਯਾਨੀ ਕਿ ਉਹ ਕਿਸੇ ਹਿਊਮਨ ਬੀਇੰਗ ਦੀ ਥਾਂ ਤੇ ਵਰਤੇ ਜਾਂਦੇ ਹਨ। ਜਿਵੇਂ ਮੈਂ, ਤੂੰ,
ਤੁਸੀਂ ਆਦਿ। ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਪੁਰਖਵਾਚਕ ਪੜ੍ਹਨਾਂਵ ਵੀ ਆਖ ਦਿੰਦੇ ਹਨ। ਇਹਦੇ ਵੀ ਅੱਗੋਂ 3 ਪ੍ਰਕਾਰ ਹੁੰਦੇ ਹਨ, ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ। ਜਿਹੜਾ ਉੱਤਮ ਪੁਰਖ ਹੁੰਦਾ ਹੈ ਉਹ ਫਸਟ ਪਰਸਨ ਲਈ ਯੂਜ਼ ਕੀਤਾ ਜਾਂਦਾ ਹੈ, ਯਾਨੀ ਕਿ ਮੈਂ, ਮੇਰਾ, ਸਾਨੂੰ, ਅਸੀਂ, ਤੁਸੀਂ। ਮੱਧਮ ਪੁਰਖ ਜਿਹੜਾ ਹੁੰਦਾ ਹੈ ਉਹ ਸੈਕਿੰਡ ਪਰਸਨ ਲਈ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਤੁਸੀਂ, ਤੈਂ, ਤੁਹਾਡਾ, ਤੁਹਾਡੇ ਆਦਿ। ਅਨਯ ਪੁਰਖ ਥਰਡ ਪਰਸਨ ਲਈ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਉਹ, ਇਹਨਾਂ, ਇਸ, ਉਸ ਆਦਿ, ਯਾਨੀ ਕਿ ਜਦੋਂ ਆਪਾਂ ਥਰਡ ਪਰਸਨ ਨੂੰ ਬੁਲਾਈਏ। ਅਗਲਾ ਹੁੰਦਾ ਹੈ ਨਿਜਵਾਚਕ ਪੜ੍ਹਨਾਂਵ। ਜਿਹੜੇ ਪੜ੍ਹਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ ਤੇ ਉਸ ਨੂੰ ਆਪਾਂ ਨਿਜਵਾਚਕ ਆਖਦੇ ਹਨ, ਜਿਵੇਂ ਮਨੁੱਖ ਆਪਣੀ ਕੀਮਤ ਆਪ ਬਣਾਉਂਦਾ ਹੈ, ਯਾਨੀ ਕਿ ਇਹਦੇ ਵਿੱਚ ਕੀ ਹੈਗਾ ਕਿ ਆਪ ਜਿਹੜਾ ਸ਼ਬਦ ਹੈ ਉਹ ਨਿਜਵਾਚਕ ਨਾਮ ਨੂੰ ਕਹਿੰਦੇ ਹਨ। ਉਹ ਆਪਣੇ ਆਪ ਵਿੱਚ ਕੋਈ ਵਿਸ ਘੋਲ ਰਿਹਾ ਹੈ, ਆਪਣੇ ਆਪ। ਇਹਦੇ ਵਿੱਚ ਜਿਹੜਾ ਆਪ ਹੈ ਉਹ ਪੜ੍ਹਨਾਂਵ ਕਰਤਾ ਮਨੁੱਖ ਦੀ ਥਾਂ ਤੇ ਵਰਤਿਆ ਜਾ ਰਿਹਾ ਹੈ, ਯਾਨੀ ਕਿ ਪਹਿਲੇ ਆਪਾਂ ਮਨੁੱਖ ਵਰਤਿਆ, ਫਿਰ ਆਪਾਂ ਉਹਦੇ ਲਈ ਆਪ ਵਰਤਦਾ, ਜਿਹੜਾ ਆਪ ਵਰਡ ਹੈ ਉਹਨੂੰ ਆਪਾਂ ਪੜ੍ਹਨਾਂਵ ਆਖਦੇ ਹਨ। ਹੁਣ ਅੱਗੇ ਆਪਾਂ ਦੇਖਦੇ ਹਾਂ ਸੰਬੰਧਵਾਚਕ ਪੜ੍ਹਨਾਂਵ। ਸੰਬੰਧਵਾਚਕ ਜਿਹੜੇ ਕਿ ਦੋ ਚੀਜ਼ਾਂ ਵਿੱਚ ਸੰਬੰਧ ਦਿਖਾਵੇ। ਸ਼ਬਦ ਪੜ੍ਹਨਾਂਵ ਹੁੰਦਾ ਹੈ ਹੋਇਆ ਵੀ ਯੋਜਕ ਵਾਂਗ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ। ਰਾਮ ਉਸੇ ਵਿਦਿਆਰਥੀ ਦਾ ਨਾਂ ਹੈ ਜਿਹੜਾ ਕਲਾਸ ਵਿੱਚ ਬਹੁਤ ਰੌਲਾ ਪਾਉਂਦਾ ਹੈ, ਯਾਨੀ ਕਿ ਆਪਾਂ ਦੋ ਸੈਂਟੈਂਸ ਨੂੰ ਜੋੜਤਾ ਕਿ ਰਾਮ ਇੱਕ ਉਹ ਵਿਦਿਆਰਥੀ ਹੈ, ਉਹ ਬਹੁਤ ਰੌਲਾ ਪਾਉਂਦਾ ਹੈ, ਤਾਂ ਆਪਾਂ ਉਹਨੂੰ ਪੂਰੇ ਨੂੰ ਇਕੱਠਾ ਕਰਕੇ ਲਿਖਤਾ, ਰਾਮ ਉਹ ਵਿਦਿਆਰਥੀ ਹੈ ਜਿਹੜਾ ਕਲਾਸ ਵਿੱਚ ਰੌਲਾ ਪਾਉਂਦਾ ਹੈ। ਜਿਹੜਾ ਇੱਥੇ ਜਿਹੜਾ ਸ਼ਬਦ ਹੈ ਉਹ ਕੀ ਹੈਗਾ, ਸੰਬੰਧਵਾਚਕ ਪੜ੍ਹਨਾਂਵ। ਹੁਣ ਅੱਗੇ ਆਪਾਂ ਐਗਜ਼ਾਮਪਲ ਲਿਖਦੇ ਹਾਂ, ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵਸਦੇ ਹਨ। ਉਹ ਲੋਕ ਯਾਨੀ ਕਿ ਜਿਹੜੇ ਲੋਕ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਉਹ ਸੁਖੀ ਹੁੰਦੇ ਹਨ। ਇਹਨਾਂ ਵਾਕਾਂ ਵਿੱਚ ਜਿਹੜਾ, ਜੋ ਅਤੇ ਜਿਸ ਸ਼ਬਦਾਂ ਵਿੱਚ ਯੋਜਕ ਵਾਂਗ ਵਰਤਿਆ ਜਾਂਦਾ ਹੈ। ਅਗਲਾ ਕਰਾਂਗੇ ਪ੍ਰਸ਼ਨਵਾਚਕ ਪੜ੍ਹਨਾਂਵ। ਇਹਦੇ ਵਿੱਚ ਆਪਾਂ ਪ੍ਰਸ਼ਨ ਪੁੱਛਦੇ ਹਾਂ। ਇੱਥੇ ਸਾਡੀ ਕੌਣ ਸੁਣਦਾ ਹੈ, ਇੱਥੇ ਆਪਾਂ ਪ੍ਰਸ਼ਨ ਪੁੱਛਿਆ। ਹਾਏ ਮੈਂ ਕੀ ਕਰਾਂ, ਇੱਥੇ ਵੀ ਆਪਾਂ ਪ੍ਰਸ਼ਨ ਪੁੱਛਿਆ। ਤੇ ਜਿਹੜੇ ਸ਼ਬਦ ਪੜ੍ਹਨਾਂਵ ਵੀ ਹੋਣ ਅਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਆਖਿਆ ਜਾਂਦਾ ਹੈ। ਅਗਲਾ ਹੁੰਦਾ ਹੈ ਨਿਸ਼ਚੈਵਾਚਕ। ਜਿਹੜੇ ਪੜ੍ਹਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਨੂੰ ਇਸ਼ਾਰਾ ਕਰਕੇ ਉਸਨੂੰ ਦੱਸਣ। ਨਿਸ਼ਚੈਵਾਚਕ, ਉਹ ਗੀਤ ਗਾ ਰਹੀ ਹੈ, ਯਾਨੀ ਕਿ ਉਹ ਕੁੜੀ, ਆਪਾਂ ਨਿਸ਼ਚੈ ਕਰ ਰਹੇ ਹਾਂ ਉਹ ਕੁੜੀ। ਆਹ ਕੀ, ਇਹ ਕਹਿੰਦਾ ਕਿ ਸਾਰਾ ਕੰਮ ਉਸਨੇ ਵਿਗਾੜਿਆ ਹੈ। ਇਹ, ਹੁਣ ਇਹਦੇ ਵਿੱਚ ਜਿਹੜੇ ਸ਼ਬਦ ਹੈ ਉਹ, ਇਹ, ਉਸ, ਉਹਨਾਂ, ਇਹ ਸਾਰੇ ਕੀ ਹੈ, ਨਿਸ਼ਚੈਵਾਚਕ। ਅਨਿਸ਼ਚੈਵਾਚਕ, ਜਿਹੜੇ ਕਿ ਚੀਜ਼ ਦਾ ਅੰਦਾਜ਼ਾ ਤਾਂ ਦੱਸੇ ਪਰ ਉਸਦੀ ਗਿਣਤੀ ਨਾ ਦੱਸੇ। ਇਹਦੇ ਵਿੱਚ ਅੰਦਾਜ਼ਾ ਦੱਸਿਆ ਜਾਂਦਾ ਹੈ। ਸਾਰੇ ਗੀਤ ਗਾ ਰਹੇ ਹਨ, ਹੁਣ ਸਾਰੇ ਕਿੰਨੇ। ਸਰਬਤ ਦਾ ਭਲਾ, ਸਰਬਤ ਯਾਨੀ ਕਿ ਸਾਰੇ ਲੋਕੀ। ਇੱਥੇ ਕਈ ਆਉਂਦੇ ਹਨ ਪਰ ਕਰਦੇ ਕੁਝ ਨਹੀਂ, ਕਈ। ਇਹ ਜਿਹੜੇ ਸਾਰੇ ਸ਼ਬਦ ਹੈ ਇਹ ਅਨਿਸ਼ਚਿਤ ਪੜ੍ਹਨਾਂਵ ਆਖਦੇ ਹਨ। ਇਹਦੇ ਨਾਲ ਸਾਡਾ ਪੜ੍ਹਨਾਂਵ ਵੀ ਕੰਪਲੀਟ ਹੋ ਜਾਂਦਾ ਹੈ। ਹੁਣ ਅੱਗੇ ਆਉਂਦਾ ਵਿਸ਼ੇਸ਼ਣ। ਵਿਸ਼ੇਸ਼ਣ ਉਹ ਸ਼ਬਦ ਹੁੰਦੇ ਹਨ ਜਿਹੜੇ ਕਿ ਗੁਣ, ਔਗੁਣ ਜਾਂ ਵਿਸ਼ੇਸ਼ਤਾ ਜਾਂ ਗਿਣਤੀ ਮਿਣਤੀ ਬਾਰੇ ਦੱਸਦੇ ਹਨ, ਜਿਵੇਂ ਕਾਲਾ, ਗੋਰਾ, ਚੰਗਾ, ਬੁਰਾ, 3, 4, 15 ਆਦਿ। ਹੁਣ ਇਹਦੇ 5 ਪ੍ਰਕਾਰ ਹੁੰਦੇ ਹਨ। ਪਹਿਲਾ ਕਿ ਗੁਣਵਾਚਕ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੈਵਾਚਕ ਅਤੇ ਪੜ੍ਹਨਾਂਵੀ। ਗੁਣਵਾਚਕ, ਜਿਹੜੇ ਕਿ ਕਿਸੇ ਵਸਤੂ ਦਾ ਗੁਣ ਜਾਂ ਔਗੁਣ ਜਾਂ ਆਕਾਰ ਜਾਂ ਦਸ਼ਾ ਜਾਂ ਰੰਗ, ਇਹ ਸਭ ਚੀਜ਼ਾਂ ਬਾਰੇ ਦੱਸਣ, ਉਹਨਾਂ ਨੂੰ ਗੁਣਵਾਚਕ ਆਖਿਆ ਜਾਂਦਾ ਹੈ, ਜਿਵੇਂ ਸੋਹਣਾ, ਮੋਟਾ, ਪਤਲਾ, ਬਹਾਦਰ, ਫਿੱਕਾ, ਮਿੱਠਾ ਆਦਿ। ਸਧਾਰਨ ਅਵਸਥਾ, ਜਦੋਂ ਕਿਸੇ ਨਾਂਵ ਜਾਂ ਪੜ੍ਹਨਾਂਵ ਦੇ ਵਿਸ਼ੇਸ਼ਣ ਦੀ ਕਿਸੇ ਹੋਰ ਨਾਂਵ ਜਾਂ ਪੜ੍ਹਨਾਂਵ ਦੇ ਵਿਸ਼ੇਸ਼ਣ ਨਾਲ ਤੁਲਨਾ ਕੀਤੀ ਜਾਵੇ। ਇਹ ਚਾਕੂ ਤੇਜ਼ ਹੈ, ਇਹ ਮੁੰਡਾ ਤਕੜਾ ਹੈ। ਇਹ ਸਾਰੇ ਕੀ ਹੈ, ਸਧਾਰਨ ਅਵਸਥਾ। ਹੁਣ ਅਧਿਕਤਰ ਅਵਸਥਾ, ਯਾਨੀ ਕਿ ਇਹਦੇ ਵਿੱਚ ਜਿਹੜੇ ਦੋ ਨਾਵਾਂ ਜਾਂ ਪੜ੍ਹਨਾਵਾਂ ਨੂੰ ਤੁਲਨਾ ਕੀਤੀ ਜਾਂਦੀ ਹੈ। ਮੇਰਾ ਚਾਕੂ ਤੇਰੇ ਚਾਕੂ ਨਾਲੋਂ ਤੇਜ਼ ਹੈ, ਦੋਵਾਂ ਦੇ ਵਿੱਚ ਤੁਲਨਾ ਕੀਤੀ ਗਈ ਹੈ। ਅਧਿਕਮਤ ਜਿਹੜੇ ਹੁੰਦੇ ਹੈ ਉਹਦੇ ਵਿੱਚ ਹੁੰਦੇ ਹੈ ਕਿ ਜਿਹੜੇ ਇੱਕ ਚੀਜ਼ ਨੂੰ ਬਹੁਤੀਆਂ ਸਾਰੀਆਂ ਚੀਜ਼ਾਂ ਨਾਲ ਕੰਪੇਅਰ ਕਰਨ,
ਇਹ ਚਾਕੂ ਸਭ ਚਾਕੂਆਂ ਨਾਲੋਂ ਤੇਜ਼ ਹੈ, ਯਾਨੀ ਕਿ ਇੱਕ ਜਿਹੜਾ ਚਾਕੂ ਹੈ ਉਹ ਸਾਰਿਆਂ ਨਾਲੋਂ ਤੇਜ਼ ਹੈ। ਇਹ ਹੋ ਗਏ ਅਧਿਕਤਮ ਅਵਸਥਾ। ਹੁਣ ਅੱਗੇ ਹੁੰਦਾ ਹੈ ਸੰਖਿਆਵਾਚਕ। ਨਾਂਵ ਜਾਂ ਪੜਨਾਂਵ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਆ ਜਾਂ ਸੰਖਿਆਵਾਚਕ ਹੁੰਦੇ ਹਨ, ਜਿਵੇਂ 1, 10, 20, 100, 1000, ਥੋੜੇ ਬਹੁਤ ਆਦਿ। ਇਹਦੇ ਵਿੱਚ ਆਪਾਂ ਸੰਖਿਆ ਦੱਸਦੇ ਹਾਂ, ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਦੀ ਗਿਣਤੀ ਦੱਸਦੇ ਹਾਂ, ਉਹਨਾਂ ਨੂੰ ਸੰਖਿਆਵਾਚਕ ਆਖਦੇ ਹਨ। ਸਧਾਰਨ, ਕਰਮਵਾਚੀ, ਸਮੁੱਚਤਾ ਬੋਧਕ, ਕਸਰੀ ਸੰਖਿਆ ਵਿਸ਼ੇਸ਼ਣ, ਨਿਖੇੜਵਾਚੀ, ਅਨਿਸ਼ਚਿਤ, ਇਹ ਸਾਰੇ ਇਹਦੇ ਪਾਰਟਸ ਹਨ। ਇਹ ਕਰਨਾ ਇੰਨਾ ਇੰਪੋਰਟੈਂਟ ਨਹੀਂ ਹੈ, ਤੁਸੀਂ ਇਹਨੂੰ ਛੱਡ ਸਕਦੇ ਹੋ। ਅਗਲਾ ਹੈਗਾ ਪਰਿਮਾਣਵਾਚਕ, ਜਿਹਦੇ ਵਿੱਚ ਆਪਾਂ ਉਸਦੀ ਮਿਣਤੀ ਜਾਂ ਤੋਲ ਕੇ ਦੱਸਿਆ ਜਾ ਸਕੇ, ਜਿਵੇਂ ਕਿ ਜਰਾ ਕੁ, ਕੁਝ, ਕਿੰਨਾ ਆਦਿ। ਇਹਦੇ ਵਿੱਚ ਵੀ ਅੱਗੋਂ ਪ੍ਰਕਾਰ ਹੁੰਦੇ ਹਨ, ਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ, ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ। ਇਹ ਵੀ ਤੁਸੀਂ ਛੱਡ ਸਕਦੇ ਹੋ। ਅੱਗੇ ਹੈਗਾ ਨਿਸ਼ਚੈਵਾਚਕ ਵਿਸ਼ੇਸ਼ਣ। ਨਿਸ਼ਚੈਵਾਚਕ ਜਿਵੇਂ ਕਿ ਆਮ ਤੋਂ ਖਾਸ ਬਣਾਉਣ ਵਿੱਚ ਮਦਦ ਕਰਦੇ ਹਨ, ਜਿਵੇਂ ਓਨਾ, ਇੰਨਾ, ਇਹ, ਉਹ ਆਦਿ। ਇਹ ਦੋ ਪ੍ਰਕਾਰ ਦੇ ਹੁੰਦੇ ਹਨ, ਨਿਕਟਵਰਤੀ ਨਿਸ਼ਚੈਵਾਚਕ ਅਤੇ ਦੂਰਵਰਤੀ ਨਿਸ਼ਚੈਵਾਚਕ। ਨਿਕਟ ਮਤਲਬ ਜਿਹੜੇ ਕੋਲ ਹੁੰਦੇ ਹਨ, ਜਿਵੇਂ ਇਹ, ਆਹ, ਤੇ ਦੂਰਵਰਤੀ ਜਿਹੜੇ ਕਿ ਥੋੜੇ ਦੂਰ ਹੋਣ, ਯਾਨੀ ਕਿ ਉਹ, ਇਹ ਸਾਰੇ ਸ਼ਬਦ ਦੂਰਵਰਤੀ। ਅਗਲਾ ਹੈ ਪੜਨਾਵੀ ਵਿਸ਼ੇਸ਼ਣ। ਨਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਜਾਂ ਨੂੰ ਪੜਨਾਵੀ ਵਿਸ਼ੇਸ਼ਣ ਆਖਿਆ ਜਾਂਦਾ ਹੈ, ਜਿਵੇਂ ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼। ਇਹ ਸਾਰੇ ਕੀ ਹੈ? ਪੜਨਾਵੀ ਵਿਸ਼ੇਸ਼ਣ, ਜਿਹੜੇ ਕਿ ਵਿਸ਼ੇਸ਼ਣ ਦਾ ਕੰਮ ਕਰਦੇ ਹਨ ਨਾਮ ਦੇ ਨਾਲ। ਹੁਣ ਇਹਨਾਂ ਦੇ ਵੀ ਅੱਗੋਂ ਦੋ ਪ੍ਰਕਾਰ ਹੁੰਦੇ ਹਨ, ਮੂਲ ਰੂਪ ਪੜਨਾਵੀ ਵਿਸ਼ੇਸ਼ਣ ਅਤੇ ਉਤਪੰਨ ਰੂਪ ਪੜਨਾਵੀ ਵਿਸ਼ੇਸ਼ਣ। ਇਹਨੂੰ ਆਪਾਂ ਛੱਡ ਸਕਦੇ ਹਾਂ। ਅਗਲਾ ਆਉਂਦਾ ਹੈ ਕਿਰਿਆ। ਹੁਣ ਕਿਰਿਆ ਕੀ ਹੁੰਦੀ ਹੈ? ਕਿਰਿਆ ਹੁੰਦੀ ਹੈ ਕਿ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਆਦਿ ਨੂੰ ਕਿਰਿਆ ਆਖਦੇ ਹਨ। ਉਹ ਜਾਂਦਾ ਹੈ, ਮੈਂ ਪੁਸਤਕ ਪੜ੍ਹਦਾ ਹਾਂ, ਸੀਤਾ ਖੜੋ ਗਈ ਹੈ, ਕਾਸਮ ਜ਼ੀਨਤ ਨੂੰ ਆ ਮਿਲਿਆ, ਕੁਲਬੀਰ ਗੈਰ ਹਾਜ਼ਰ ਹੈ। ਉਪਰੋਕਤ ਜਿਹੜੇ ਵਾਕ ਹੈ, ਇਹਨਾਂ ਵਿੱਚ ਜਾਂਦਾ ਹੈ, ਪੜ੍ਹਦਾ ਹੈ, ਖੜੋ ਗਈ, ਮਿਲਿਆ, ਇਹ ਸਾਰੇ ਜਿਹੜੇ ਕਿਰਿਆ ਦਿਖਾਉਂਦੇ ਹਨ, ਯਾਨੀ ਕਿ ਇਹ ਕਿਰਿਆ ਹਨ। ਹੁਣ ਆਪਾਂ ਇਹਦੀਆਂ ਅੱਗੋਂ ਕਿਸਮਾਂ ਕਰਦੇ ਹਨ। ਜਿਹੜੀ ਕਿਰਿਆ ਹੈ ਉਹਦੀਆਂ 3 ਕਿਸਮਾਂ ਹੁੰਦੀਆਂ ਹਨ। ਇੱਥੇ 4 ਲਿਖਿਆ, ਬਟ ਕਿਰਿਆ ਦੀਆਂ 3 ਕਿਸਮਾਂ ਹੁੰਦੀਆਂ ਹਨ, ਅਕਰਮਕ ਕਿਰਿਆ, ਸਕਰਮਕ ਕਿਰਿਆ ਅਤੇ ਸਹਾਇਕ ਕਿਰਿਆ। ਅਕਰਮਕ ਹੁੰਦੀ ਹੈ ਜਿਹਦੇ ਵਿੱਚ ਕਰਮ ਨਾ ਹੋਵੇ ਤਾਂ ਉਸਨੂੰ ਅਕਰਮਕ ਕਿਰਿਆ ਆਖਿਆ ਜਾਂਦਾ ਹੈ, ਜਿਵੇਂ ਲੜਕੀ ਬੋਲ ਨਾ ਸਕੀ, ਖਾਲਸਾ ਕਾਲਜ ਦੇ ਕੋਲ ਟਰੱਕ ਆ ਖਲੋਤਾ। ਇਹਨਾਂ ਵਾਕਾਂ ਵਿੱਚ ਕਰਮ ਨਹੀਂ, ਇਸ ਕਰਕੇ ਇਹਨਾਂ ਨੂੰ ਕਿਰਿਆਵਾਚਕ ਆਖਦੇ ਹਨ। ਸਕਰਮਕ ਕਿਰਿਆ, ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਵਾਕ ਨੂੰ ਸਕਰਮਕ ਕਿਰਿਆ ਆਖਦੇ ਹਨ, ਜਿਵੇਂ ਸਿੱਖ ਕੈਦ ਕਰ ਲਿਆ ਗਿਆ, ਪਤੰਗ ਉਡਾਇਆ ਗਿਆ। ਇਹਨਾਂ ਵਿੱਚ ਸਿੱਖ ਅਤੇ ਪਤੰਗ ਕਰਮ ਹਨ ਅਤੇ ਇਹਨਾਂ ਦੀਆਂ ਕਿਰਿਆ ਸਕਰਮਕ ਹਨ। ਸਹਾਇਕ ਕਿਰਿਆ, ਸਹਾਇਕ ਕਿਰਿਆ ਹੁੰਦੀ ਹੈ ਜਿਵੇਂ ਮਨੁੱਖ ਕਿਰਿਆ ਨਾਲ ਮਿਲ ਕੇ ਉਸਦਾ ਲਿੰਗ, ਵਚਨ, ਪੁਰਖਵਾਚ ਜਾਂ ਆਸਪੈਕਟ ਦੇ ਕਾਲ ਦਾ ਬੋਧ ਕਰਵਾਉਂਦੇ ਹਨ, ਜਿਵੇਂ ਰਿਹਾ ਹੈ, ਲਿਆ ਹੈ, ਚੁੱਕਾ ਹੈ, ਹੋਇਆ ਹੈ, ਹਨ, ਸੀ, ਸਨ, ਸੈ, ਸੌ ਆਦਿ। ਇਹ ਸੀਗੀ ਕਿਰਿਆ। ਹੁਣ ਅੱਗੇ ਆਉਂਦਾ ਹੈ ਕਿਰਿਆ ਵਿਸ਼ੇਸ਼ਣ। ਹੁਣ ਜਿਹੜੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ। ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ, ਅਰਥਾਤ ਕਿਰਿਆ ਦੇ ਗੁਣ, ਢੰਗ, ਸਮੇਂ ਜਾਂ ਸਥਾਨ ਪ੍ਰਗਟ ਕਰਨ, ਉਸਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿ ਸ਼ੀਲਾ ਤੇਜ਼ ਤੁਰਦੀ ਹੈ, ਇਹਦੇ ਵਿੱਚ ਤੁਰਦੀ ਕੀ ਹੋ ਗਈ? ਕਿਰਿਆ, ਤੇ ਤੇਜ਼ ਕੀ ਹੋ ਗਿਆ? ਵਿਸ਼ੇਸ਼ਣ। ਕੁੱਤਾ ਉੱਚੀ ਉੱਚੀ ਭੌਂਕਦਾ ਹੈ, ਭੌਂਕਦਾ ਕੀ ਹੋ ਗਿਆ? ਕਿਰਿਆ, ਅਤੇ ਉੱਚੀ ਉੱਚੀ ਹੋ ਗਿਆ ਵਿਸ਼ੇਸ਼ਣ। ਇਹ ਹੋ ਗਿਆ ਕਿਰਿਆ ਵਿਸ਼ੇਸ਼ਣ। ਹੁਣ ਕਿਰਿਆ ਵਿਸ਼ੇਸ਼ਣ ਦੇ 8 ਪ੍ਰਕਾਰ ਹੁੰਦੇ ਹਨ। ਕਾਲ ਬੋਧਕ ਕਿਰਿਆ ਵਿਸ਼ੇਸ਼ਣ, ਕਾਲ ਮਤਲਬ ਸਮਾਂ, ਜਿਹਦੇ ਵਿੱਚ ਸਮੇਂ ਬਾਰੇ ਦੱਸਿਆ ਜਾਵੇ, ਜਿਵੇਂ ਅੱਜ, ਕੱਲ, ਪਰਸੋਂ ਆਦਿ। ਸਥਾਨ ਬੋਧਕ ਕਿਰਿਆ ਵਿਸ਼ੇਸ਼ਣ, ਜਿਹਦੇ ਵਿੱਚ ਸਥਾਨ ਬਾਰੇ ਦੱਸਿਆ ਜਾਵੇ, ਉੱਪਰ, ਥੱਲੇ, ਇੱਧਰ, ਉੱਧਰ ਆਦਿ। ਅਗਲਾ ਹੈ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਜਿਹਦੇ ਵਿੱਚ ਮਿਣਤੀ ਦਾ ਪਤਾ ਲੱਗੇ, ਉਹਨੂੰ
ਪਰਿਮਾਣਬੋਧਕ ਆਖਦੇ ਹਨ, ਜਿਵੇਂ ਘੱਟ, ਵੱਧ, ਕੁਝ, ਪੂਰਾ, ਸਾਰਾ। ਪਰਿਮਾਣ ਯਾਨੀ ਕਿ ਗਿਣਤੀ ਜਾਂ ਮਿਣਤੀ ਬਾਰੇ ਦੱਸਿਆ ਜਾਵੇ। ਪ੍ਰਕਾਰਬੋਧਕ ਯਾਨੀ ਕਿ ਕੰਮ ਕਿਸ ਪ੍ਰਕਾਰ ਨਾਲ ਹੋਇਆ ਹੈ, ਕਿਸ ਢੰਗ ਨਾਲ ਹੋਇਆ ਹੈ, ਉਹਨੂੰ ਆਪਾਂ ਪ੍ਰਕਾਰਬੋਧਕ ਆਖਦੇ ਹਨ। ਜਿਵੇਂ ਕਿਵੇਂ, ਹੌਲੀ, ਸਹਿਜੇ, ਧੀਰੇ, ਛੇਤੀ, ਯਾਨੀ ਕਿ ਕੰਮ ਕਿੱਦਾਂ ਹੋਇਆ ਉਹਨੂੰ ਪ੍ਰਕਾਰਬੋਧਕ ਆਖਦੇ ਹਨ। ਕਾਰਨਬੋਧਕ, ਕੰਮ ਦਾ ਕੀ ਕਾਰਨ ਸੀ, ਕੰਮ ਆਪਾਂ ਕਿਉਂ ਕੀਤਾ, ਉਸਨੂੰ ਕਾਰਨਬੋਧਕ ਆਖਦੇ ਹਨ। ਜਿਵੇਂ ਕਿਉਂ, ਜੋ, ਤਾਂ ਜੋ, ਕਿਉਂ, ਸੋ, ਤਾਂ ਜੋ, ਇਸ ਕਰਕੇ, ਇਸ ਲਈ, ਇਹਨਾਂ ਨੂੰ ਕਾਰਨਬੋਧਕ ਆਖਦੇ ਹਨ। ਸੰਖਿਆਬੋਧਕ, ਜਿਹਦੇ ਵਿੱਚ ਕੰਮ ਦੀ ਗਿਣਤੀ ਦਾ ਪਤਾ ਲੱਗੇ, ਜਿਵੇਂ ਉਹ ਕੰਮ ਕਿੰਨੀ ਵਾਰ ਹੋਇਆ, ਇਕਾਰੀ, ਦੋਹਰੀ, ਕਈ ਵਾਰ, ਘੜੀ ਮੁੜੀ, ਇੱਕ ਇੱਕ, ਇੱਦਾਂ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਕਿਰਿਆ ਵਿੱਚ ਵਰਤੋਂ ਕਿਰਿਆ ਦੇ ਕੰਮ ਦਾ ਤਕੀਜਾ ਪਕਾਉਣ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਨਿਸ਼ਚੈਬੋਧਕ, ਜਿਹਦੇ ਵਿੱਚ ਨਿਸ਼ਚੈ ਕਰਕੇ ਦਿੱਤਾ ਜਾਵੇ, ਜਿਵੇਂ ਕਿ ਜ਼ਰੂਰ, ਬਿਲਕੁਲ, ਬਹੁਤ ਅੱਛਾ, ਬੇਸ਼ੱਕ ਆਦਿ। ਨਿਰਣੈਬੋਧਕ, ਜਿਨ੍ਹਾਂ ਵਿੱਚ ਜੋ ਕਿਰਿਆ ਵਿਸ਼ੇਸ਼ਣ ਕਿਸੇ ਦੀ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰੇ ਕਿ ਇਹ ਕੰਮ ਹੋਇਆ ਹੈ ਜਾਂ ਨਹੀਂ ਹੋਇਆ। ਜਿਵੇਂ ਜਿਵੇਂ ਨਹੀਂ, ਨਾ ਜੀ, ਜੀ ਨਹੀਂ, ਕਦੇ ਨਹੀਂ, ਬਿਲਕੁਲ ਨਹੀਂ, ਨਿਜ ਅਤੇ ਬਿਲਕੁਲ ਨਹੀਂ ਆਦਿ ਜਿਹੜੇ ਹੈ ਉਹ ਨਿਰਣੈਬੋਧਕ ਯਾਨੀ ਕਿ ਇਹਦੇ ਵਿੱਚ ਨਿਰਣਾ ਬਾਰੇ ਦੱਸਿਆ ਜਾਂਦਾ ਹੈ। ਹੁਣ ਕਿਰਿਆ ਵਿਸ਼ੇਸ਼ਣ ਦੀਆਂ ਅਵਸਥਾਵਾਂ ਹੁੰਦੀਆਂ ਹਨ। ਇਹਦੀਆਂ 3 ਅਵਸਥਾਵਾਂ ਹੁੰਦੀਆਂ ਹਨ: ਸਧਾਰਨ, ਪ੍ਰਸ਼ਨਿਕ ਤੇ ਯੋਜਕੀ। ਸਧਾਰਨ, ਉਹ ਸਵੇਰੇ ਸਵੇਰੇ ਜਾਵੇਗਾ। ਇਹਦੇ ਵਿੱਚ ਕਿਰਿਆ ਵਿਸ਼ੇਸ਼ਣ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਕਰ ਰਹੀ ਹੈ। ਜਾਵੇਗਾ ਕਿਰਿਆ ਹੋ ਗਈ ਤੇ ਕਦੋਂ ਜਾਵੇਗਾ, ਸਵੇਰੇ ਸਵੇਰੇ। ਤੁਰਦਾ ਹੈ, ਤੁਰਦਾ ਕਿਰਿਆ ਹੋ ਗਈ, ਕਿੱਦਾਂ ਤੁਰਦਾ ਹੈ, ਹੌਲੀ ਹੌਲੀ। ਇਹ ਹੋ ਗਿਆ ਸਧਾਰਨ ਅਵਸਥਾ। ਹੁਣ ਅਗਲਾ ਆਉਂਦਾ ਹੈ ਪ੍ਰਸ਼ੰਸਕ ਅਵਸਥਾ, ਜਿਹਦੇ ਵਿੱਚ ਕਿਰਿਆ ਵਿਸ਼ੇਸ਼ਣ ਕੁਝ ਪੁੱਛਣ ਦਾ ਕੰਮ ਕਰੇ। ਕੁੜੀਆਂ ਕਿਉਂ ਜਾ ਰਹੀਆਂ ਹਨ, ਅਸੀਂ ਕਿੱਥੇ ਮਿਲਾਂਗੇ, ਇਹਦੇ ਵਿੱਚ ਪ੍ਰਸ਼ਨ ਦੱਸ ਰਹੇ ਹਨ। ਯੋਜਕੀ ਅਵਸਥਾ, ਯੋਜਕੀ ਅਵਸਥਾ ਜਿਵੇਂ 2 ਵਾਕਾਂ ਨੂੰ ਜੋੜਨ ਦਾ ਕੰਮ ਕਰਦੀ ਹਨ। ਤੁਸੀਂ ਜਦੋਂ ਮੈਨੂੰ ਬੁਲਾਓਗੇ ਮੈਂ ਉਦੋਂ ਹਾਜ਼ਰ ਹੋ ਜਾਵਾਂਗਾ। ਇਹਦੇ ਵਿੱਚ 2 ਜਿਹੜੇ ਕੰਮ ਹੈ ਉਹਨਾਂ ਨੂੰ ਜੋੜਿਆ ਗਿਆ ਹੈ, ਪਹਿਲਾ ਬੁਲਾਣਾ ਤੇ ਦੂਜਾ ਹਾਜ਼ਰ ਹੋਣਾ। ਤੁਸੀਂ ਜਿੱਥੇ ਵੀ ਜਾਓਗੇ ਮੈਂ ਉੱਥੇ ਪਹੁੰਚ ਜਾਵਾਂਗਾ। ਜਾਣਾ ਅਤੇ ਪਹੁੰਚਣਾ, ਇਹ ਕੀ ਹੈਗੇ, ਯੋਜਕੀ ਅਵਸਥਾ। ਹੁਣ ਆਪਾਂ ਕਰਦੇ ਹਾਂ ਸੰਬੰਧਕ। ਸੰਬੰਧਕ ਉਹ ਵਾਕ ਹੁੰਦੇ ਹਨ ਜੋ ਵਾਕ ਦੇ ਨਾਵਾਂ, ਪੜਨਾਵਾਂ ਜਾਂ ਵਿਸ਼ੇਸ਼ਣ ਦਾ ਇੱਕ ਦੂਜੇ ਨਾਲ ਤੇ ਹੋਰਾਂ ਸ਼ਬਦਾਂ ਨਾਲ ਸੰਬੰਧ ਜੋੜਦੇ ਹਨ। ਯਾਨੀ ਕਿ ਇਹ ਕੁਲਜੀਤ ਦੀ ਕਾਪੀ ਹੈ। ਕਾਪੀ ਕਿਹਦੀ ਹੈ, ਕੁਲਜੀਤ ਦੀ। ਇਹਦੇ ਵਿੱਚ ਜਿਹੜਾ ਸ਼ਬਦ ਹੈ ਉਹ ਸੰਬੰਧ ਦਿਖਾ ਰਿਹਾ ਕਾਪੀ ਤੇ ਕੁਲਜੀਤ ਵਿੱਚ। ਸੁਰਜੀਤ ਨੇ ਕਰਮੇ ਨੂੰ ਚਪੇੜਾਂ ਨਾਲ ਮਾਰਿਆ। ਉਹਦੇ ਵਿੱਚ ਜਿਹੜਾ ਸੁਰਜੀਤ ਹੈ ਤੇ ਜਿਹੜਾ ਯਾਨੀ ਕਿ ਕਿੰਨੇ ਮਾਰਿਆ, ਸੁਰਜੀਤ ਨੇ ਕਰਮੇ ਨੂੰ ਮਾਰਿਆ, ਤਾਂ ਇਹਦੇ ਵਿੱਚ ਸੰਬੰਧ ਦਿਖਾਇਆ ਗਿਆ ਹੈ। ਤਾਂ ਇਹਦੇ ਵਿੱਚ ਦੀ, ਨੇ, ਨੂੰ ਨਾਲ ਸੰਬੰਧਕ ਹਨ। ਇਸ ਪ੍ਰਕਾਰ ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ ਇਹ ਵੀ ਸੰਬੰਧਕ ਹਨ। ਇਹਦੇ ਵਿੱਚ ਵੀ ਅੱਗੋਂ 3 ਪ੍ਰਕਾਰ ਆ ਜਾਂਦੇ ਹਨ: ਪੂਰਨ ਸੰਬੰਧਕ, ਅਪੂਰਨ ਸੰਬੰਧਕ ਅਤੇ ਦੁਬਾਜਰਾ ਸੰਬੰਧਕ। ਪੂਰਨ ਸੰਬੰਧਕ ਉਹ ਹੁੰਦੇ ਹਨ ਜਿਹੜੇ ਇਕੱਲੇ ਵਾਕ ਵਿੱਚ ਸ਼ਬਦਾਂ ਦਾ ਆਪਸੀ ਸੰਬੋਧਨ ਨੂੰ ਜੋੜ ਸਕਣ ਅਤੇ ਉਹਨਾਂ ਨਾਲ ਹੋਰ ਕੋਈ ਸ਼ਬਦ ਨਾ ਲੱਗ ਸਕੇ। ਜਿਵੇਂ ਕਿ ਇਹ ਬਿਜਲੀ ਦਾ ਚਾਕੂ ਹੈ, ਇਹ ਬਲਜੀਤ ਦਾ ਚਾਕੂ ਹੈ। ਮੈਂ ਦਲਜੀਤ ਤੋਂ ਰੁਮਾਲ ਲਿਆ। ਇਹਦੇ ਵਿੱਚ ਦਾ ਜਿਹੜਾ ਹੈ ਉਹ ਪੂਰਨ ਸੰਬੰਧਕ ਹੈ। ਅਪੂਰਨ ਸੰਬੰਧਕ, ਜਿਹੜੇ ਸ਼ਬਦ ਇਕੱਲੇ 2 ਸ਼ਬਦਾਂ ਦਾ ਆਪਸੀ ਸੰਬੰਧਕ ਨਾ ਜੋੜ ਸਕਣ ਉਹਨਾਂ ਨੂੰ ਪੂਰਨ ਸੰਬੰਧਕ ਨਾਲ ਰਲ ਕੇ ਸੰਬੰਧਕ ਬਣ ਸਕਣ, ਇਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ। ਮੇਰਾ ਸਕੂਲ ਤੇਰੇ ਘਰ ਤੋਂ ਪਰੇ ਹੈ। ਮੇਰਾ ਘਰ ਸੁਰਿੰਦਰ ਦੇ ਘਰ ਤੋਂ ਦੂਰ ਹੈ। ਪਰੇ ਅਤੇ ਦੂਰ ਜਿਹੜੇ ਆ ਉਹ ਅਪੂਰਨ ਸੰਬੰਧਕ ਹੈ। ਦੁਬਾਜਰਾ, ਜਿਹਦੇ ਵਿੱਚ ਪੂਰਨ ਤੇ ਅਪੂਰਨ ਦੋਨੋਂ ਆ ਸਕਣ, ਜਿਵੇਂ ਕਿ ਇਹ ਗੀਤਾ ਦੀ ਚੁੰਨੀ ਹੈ, ਕਿਸਾਨ ਖੇਤਾਂ ਨੂੰ ਪਾਣੀ ਦਿੰਦਾ ਹੈ। ਹੁਣ ਅੱਗੇ ਆ ਗਏ ਯੋਜਕ। ਯੋਜਕ ਉਹ ਹੁੰਦੇ ਹਨ ਜਿਹੜੇ 2 ਵਾਕਾਂ ਦੇ ਵਾਕਾਂਸ਼ਾਂ ਨੂੰ ਜੋੜਦੇ ਹਨ। ਇਹਦੇ ਵਿੱਚ ਵਾਕ ਜੋੜੇ ਜਾਂਦੇ ਹਨ। ਭੈਣ ਤੇ ਭਰਾ ਜਾ ਰਹੇ ਹਨ। ਉਹ ਕੋਠੇ ਉੱਪਰ ਨਾਲੇ ਵਿਹੜੇ ਦੇ ਵਿੱਚ ਖੜਦੇ ਹਨ। ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ। ਇਹਦੇ ਵਿੱਚ ਤੇ, ਨਾਲੇ, ਕਿਉਂਕਿ, ਸਗੋਂ ਇਹ ਜਿਹੜੇ ਸ਼ਬਦ ਹੁੰਦੇ ਹਨ ਇਹ ਜੋੜਦੇ ਹਨ।
ਇਹ ਹੁੰਦੀ ਹੈ ਯੋਜਕ। ਹੁਣ ਯੋਜਕ ਦੀਆਂ ਕਿਸਮਾਂ ਕੀ ਹੁੰਦੀਆਂ ਹਨ? ਸਮਾਨ ਯੋਜਕ, ਸਮਾਨ ਯੋਜਕ। ਇਹ ਉਹ ਹੁੰਦੇ ਹਨ ਜਿਹੜੇ ਯੋਜਕ ਸੁਤੰਤਰ ਅਤੇ ਸਮਾਨ ਜਾਂ ਬਰਾਬਰ ਵਾਕਾਂ ਨੂੰ ਜੋੜਦੇ ਹਨ। ਚਾਹ ਵੀ ਪੀਓ ਤੇ ਰੋਟੀ ਵੀ ਖਾਓ। ਉਹ ਨਾ ਹੀ ਕੇਵਲ ਗਰੀਬ ਹੈ ਸਗੋਂ ਕਮੀਨਾ ਵੀ ਹੈ। ਉਹ ਕਮਜ਼ੋਰ ਹੈ ਪਰੰਤੂ ਡਰਪੋਕ ਨਹੀਂ। ਇਹ ਸਾਰੇ ਹੋ ਗਏ ਸਮਾਨ, ਸਮਾਨ ਯੋਜਕ। ਹੁਣ ਅੱਗੇ ਆਉਂਦੇ ਆ ਅਧੀਨ ਯੋਜਕ। ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਦੇ ਆਪਸ ਵਿੱਚ ਜੋੜਨ ਵਾਲੇ ਸ਼ਬਦਾਂ ਨੂੰ ਅਧੀਨ ਯੋਜਕ ਅਖਵਾਉਂਦੇ ਹਨ। ਜਿਵੇਂ ਮੈਂ ਜਾਣਦਾ ਹਾਂ ਕਿ ਤੂੰ ਕਿੰਨਾ ਕੁ ਇਮਾਨਦਾਰ ਹੈ। ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਓ ਕਰਦੇ ਹਨ ਜੇਕਰ ਮੈਂ ਘਰ ਦਾ ਮੈਂਬਰ ਹੀ ਨਹੀਂ ਹਾਂ। ਇਹਦੇ ਵਿੱਚ ਕਿ, ਇਸ ਤਰ੍ਹਾਂ, ਜੇਕਰ, ਕਿਉਂਕਿ, ਕਿ, ਤਾਂ ਜੋ ਇਹ ਸਾਰੇ ਜਿਹੜੇ ਹੈ ਉਹ ਅਧੀਨ ਯੋਜਕ ਹੁੰਦੇ ਹਨ। ਹੁਣ ਆਪਣਾ ਲਾਸਟ ਟੌਪਿਕ ਆ ਗਿਆ ਜਿਹਦਾ ਨਾਮ ਹੈ ਵਿਸਮਿਕ। ਵਿਸਮਿਕ ਕੀ ਹੁੰਦਾ ਹੈ? ਵਿਸਮਿਕ ਉਹ ਸ਼ਬਦ ਹਨ ਜੋ ਮਨ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟਾਉਂਦੇ ਹਨ। ਉਹਨਾਂ ਨੂੰ ਵਿਸਮਿਕ ਆਖਿਆ ਜਾਂਦਾ ਹੈ। ਜਿਵੇਂ ਹੈ, ਵਾਹ, ਅਸ਼ਕੇ, ਬੱਲੇ ਬੱਲੇ, ਉਫ, ਹਾਏ। ਇਹ ਸਾਰੇ ਜਿਹੜੇ ਸ਼ਬਦ ਹੁੰਦੇ ਹਨ ਇਹਨਾਂ ਨੂੰ ਵਿਸਮਿਕ ਆਖਦੇ ਹਨ। ਸੰਬੋਧਨੀ ਵਿਸਮਿਕ। ਹੁਣ ਇਹਦੇ 8 ਜਾਂ 10 ਤਰ੍ਹਾਂ ਦੇ ਪ੍ਰਕਾਰ ਹੁੰਦੇ ਹਨ। ਆਪਾਂ ਸਾਰੇ ਦੇਖਦੇ ਹਾਂ। ਸੰਬੋਧਨੀ ਵਿਸਮਿਕ ਉਹ ਵਿਸਮਿਕ ਜੋ ਕਿ ਕਿਸੇ ਨੂੰ ਬੁਲਾਉਣ ਲਈ ਜਾਂ ਆਵਾਜ਼ ਦੇਣ ਲਈ ਵਰਤੇ ਜਾਂਦੇ ਹਨ। ਜਿਵੇਂ ਵੇ, ਨੀ, ਬੀਬਾ, ਯਾਨੀ ਕਿ ਸੰਬੋਧਨ ਕੀਤਾ ਜਾਂਦਾ ਹੈ। ਸੂਚਨਾ, ਜਿਹਦੇ ਵਿੱਚ ਆਪਾਂ ਕੋਈ ਸੂਚਨਾ ਦਿੰਦੇ ਹਾਂ, ਵਾਰਨਿੰਗ ਦਿੰਦੇ ਹਾਂ। ਜਿਵੇਂ ਕਿ ਖਬਰਦਾਰ, ਬੱਚੀ, ਵੇਖੀ, ਜਾਗਦੇ ਰਹੋ ਆਦਿ। ਪ੍ਰਸ਼ੰਸਾਵਾਚਕ ਵਿਸਮਿਕ, ਜਿਹਦੇ ਵਿੱਚ ਆਪਾਂ ਪ੍ਰਸ਼ਨ ਪੁੱਛਦੇ ਹਨ। ਪ੍ਰਸ਼ੰਸਾ, ਯਾਨੀ ਕਿ ਜਿਹਦੇ ਵਿੱਚ ਆਪਾਂ ਕਿਸੇ ਦੀ ਤਾਰੀਫ ਕਰਦੇ ਹਨ। ਵਾਹ ਵਾਹ, ਬੱਲੇ, ਧੰਨ ਆਦਿ। ਸ਼ੋਕਵਾਚਕ, ਜਿਹਦੇ ਵਿੱਚ ਆਪਾਂ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਜਿਵੇਂ ਹਾਏ, ਆ, ਉਈ, ਸ਼ੋਕ। ਸਤਿਕਾਰ, ਜਿਹਦੇ ਵਿੱਚ ਆਪਾਂ ਰਿਸਪੈਕਟ ਦਿੰਦੇ ਹਾਂ। ਜਿਵੇਂ ਕਿ ਆਈਏ ਜੀ, ਆਓ ਜੀ, ਜੀ ਆਇਆਂ ਨੂੰ। ਫਿਟਕਾਰਵਾਚਕ, ਜਿਹਦੇ ਵਿੱਚ ਆਪਾਂ ਲਾਨਤ ਦਾ ਭਾਵ ਪ੍ਰਗਟਾਉਂਦੇ ਹਾਂ। ਜਿਵੇਂ ਕਿ ਬੇਹਯਾ, ਬੇਸ਼ਰਮ, ਲਾਨਤ, ਇਹ ਸਭ ਸ਼ਬਦ। ਅਸੀਸਵਾਚਕ, ਜਿਹਦੇ ਵਿੱਚ ਆਪਾਂ ਬਲੈਸਿੰਗ ਦਿੰਦੇ ਹਾਂ, ਜੋ ਕਿ ਅਸੀਸ ਜਾਂ ਆਸ਼ੀਰਵਾਦ ਦਿੰਦੇ ਹਨ। ਜਿਵੇਂ ਜਿਉਂਦਾ ਰਹੋ, ਸਾਈਂ ਜੀਏ, ਖੁਸ਼ ਰਹੋ, ਜਵਾਨੀਆਂ ਮਾਣੋ। ਇੱਛਾਵਾਚਕ ਵਿਸਮਿਕ, ਜੋ ਮਨ ਦੀ ਇੱਛਾ ਦਾ ਪ੍ਰਗਟਾਵਾ ਕਰਨ। ਜਿਵੇਂ ਹਾਏ ਜੇ, ਹੇ ਰੱਬਾ, ਹੇ ਕਰਤਾਰ, ਬਖਸ਼ ਲੈ ਆਦਿ। ਹੈਰਾਨੀਵਾਚਕ ਵਿਸਮਿਕ, ਉਹ ਸ਼ਬਦ ਜਿਹੜੇ ਕਿ ਹੈਰਾਨੀ ਪ੍ਰਗਟਾਉਂਦੇ ਹਨ। ਜਿਵੇਂ ਆਹਾ, ਓਹੋ, ਹੱਲਾ, ਓ ਵਾਹ, ਵਾਵਾ ਆਦਿ। ਉਤਸੁਕਤਾਵਾਚਕ, ਜਿਹਦੇ ਵਿੱਚ ਲੋਕ ਜਿਹੜੇ ਹਨ ਉਹ ਉਤਸੁਕ ਹੋ ਜਾਂਦੇ ਹਨ। ਯਾਨੀ ਕਿ ਹੂੰ, ਹਾਂ, ਅੱਛਾ, ਫਿਰ, ਯਾਨੀ ਕਿ ਉਤਸੁਕਤਾ ਨਾਲ ਉਹ ਦਿਖਾਉਂਦੇ ਹਨ। ਇਹਨਾਂ ਸਾਡੀ ਗ੍ਰਾਮਰ ਜਿਹੜੀ ਹੈ ਉਹ ਕੰਪਲੀਟ ਹੋ ਜਾਂਦੀ ਹੈ। ਸੈਕਸ਼ਨ ਸੀ ਆਪਾਂ ਕਰ ਲਿਆ। ਹੁਣ ਆਪਾਂ ਕਰਾਂਗੇ ਸੈਕਸ਼ਨ ਡੀ, ਜਿਹਦੇ ਵਿੱਚ ਆਏਗੀ ਲੈਟਰ। ਇਹ ਹੁੰਦੀ ਹੈ ਦਫ਼ਤਰੀ ਪੱਤਰ। ਇਹਦੇ ਵਿੱਚ ਇੱਕ ਐਗਜ਼ਾਮਪਲ ਹੈ ਜਿਹਦੇ ਵਿੱਚ ਉਹ ਕਹੋਗੇ ਕਿ ਤੁਹਾਡੇ ਸ਼ਹਿਰ ਵਿੱਚ ਹੈਜ਼ਾ ਦੀ ਬਿਮਾਰੀ ਫੈਲ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਸਿਵਲ ਸਰਜਨ ਨੂੰ ਟੀਕੇ ਲਗਵਾਉਣ ਲਈ ਬੇਨਤੀ ਪੱਤਰ ਲਿਖੋ। ਇਹ ਜਿਹੜਾ ਪੱਤਰ ਹੈ ਇਹ ਆਪਾਂ ਲੈਫਟ ਸਾਈਡ ਤੋਂ ਲਿਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਆਪਣਾ ਐਡਰੈਸ ਲਿਖਾਂਗੇ। ਜਿਵੇਂ ਕਿ 101 ਅਜੀਤ ਨਗਰ, ਕਪੂਰਥਲਾ। ਫਿਰ ਆਪਾਂ ਅੱਜ ਦੀ ਮਿਤੀ ਲਿਖਾਂਗੇ ਅਤੇ ਫਿਰ ਸੇਵਾ ਵਿਖੇ। ਫਿਰ ਆਪਾਂ ਕਿਸ ਨੂੰ ਲੈਟਰ ਲਿਖਣੀ ਹੈ, ਕਿਸ ਨੂੰ ਆਪਾਂ ਪੱਤਰ ਲਿਖਣਾ ਹੈ, ਉਸ ਬਾਰੇ ਲਿਖਾਂਗੇ। ਉਹ ਕੁਐਸਚਨ ਵਿੱਚ ਦਿੱਤਾ ਹੋਏਗਾ ਕਿ ਆਪਾਂ ਸਿਵਲ ਸਰਜਨ ਨੂੰ ਲਿਖਣਾ ਹੈ ਤੇ ਉਸ ਦਾ ਪਤਾ ਲਿਖਾਂਗੇ, ਜ਼ਿਲ੍ਹਾ ਕਪੂਰਥਲਾ, ਤੇ ਫਿਰ ਸ਼ਹਿਰ ਦਾ ਨਾਮ। ਫਿਰ ਆਪਾਂ ਉਸ ਵਿੱਚ ਵਿਸ਼ਾ ਲਿਖਾਂਗੇ ਕਿ ਆਪਾਂ ਕਿਸ ਲਈ ਆਪਾਂ ਪੱਤਰ ਲਿਖ ਰਹੇ ਹਾਂ। ਹੈਜ਼ਾ ਦੀ ਬਿਮਾਰੀ ਲਈ ਟੀਕੇ ਲਗਵਾਉਣਾ। ਸ਼੍ਰੀਮਾਨ ਜੀ। ਫਿਰ ਆਪਾਂ ਪੱਤਰ ਨੂੰ ਸ਼ੁਰੂ ਕਰਾਂਗੇ। ਪਹਿਲੇ ਆਪਾਂ ਲਿਖਾਂਗੇ ਕਿ ਇਹ ਬਿਮਾਰੀ ਕਿਉਂ ਹੋ ਰਹੀ ਹੈ, ਇਸ ਬਿਮਾਰੀ ਨਾਲ ਕੀ ਕੀ ਹੋ ਰਿਹਾ ਹੈ ਅਤੇ ਇਸ ਬਿਮਾਰੀ ਨੂੰ ਰੋਕਣਾ ਕਿੰਨਾ ਜ਼ਰੂਰੀ ਹੈ। ਫਿਰ ਅਗਲੇ ਪੈਰੇ ਵਿੱਚ ਆਪਾਂ ਲਿਖਾਂਗੇ ਕਿ ਆਪਾਂ ਕਿਉਂ ਉਹਨਾਂ ਨੂੰ ਬੁਲਾ ਰਹੇ ਹਾਂ ਅਤੇ ਉਹਨਾਂ ਦੇ ਆਉਣ ਨਾਲ ਸਾਨੂੰ ਕਿੱਦਾਂ ਸੌਖ ਹੋਏਗੀ, ਆਪਾਂ ਉਸ ਬਾਰੇ ਦੱਸਣਾ ਹੈ। ਫਿਰ ਐਂਡ ਵਿੱਚ ਆਪਾਂ ਲਿਖ ਦੇਣਾ ਹੈ ਆਪ ਦਾ ਵਿਸ਼ਵਾਸ ਪਾਤਰ ਅਤੇ ਫਿਰ ਆਪਣਾ ਨਾਮ। ਹੁਣ ਆਪਾਂ ਦੂਜਾ ਐਗਜ਼ਾਮਪਲ ਲਿਖਦੇ ਹਾਂ। ਕਿਸੇ ਬੈਂਕ ਦੇ ਮੈਨੇਜਰ ਨੂੰ ਬੈਂਕ ਦੀ ਕੈਸ਼ੀਅਰ ਦੇ ਰੁੱਖੇ ਵਤੀਰੇ ਵਿਰੁੱਧ ਸ਼ਿਕਾਇਤ ਚਿੱਠੀ।
ਇਹਦੇ ਵਿੱਚ ਆਪਾਂ ਪਹਿਲੇ ਆਪਣਾ ਐਡਰੈਸ ਲਿਖਾਂਗੇ, ਫਿਰ ਮਿਤੀ ਲਿਖਾਂਗੇ ਸੇਵਾ ਵਿਖੇ, ਫਿਰ ਕਿਸ ਨੂੰ ਲੈਟਰ ਲਿਖਣੀ ਹੈ ਉਹ ਵੀ ਦਿੱਤਾ ਹੋਏਗਾ ਮੈਨੇਜਰ ਨੂੰ, ਫਿਰ ਉਹਦਾ ਐਡਰੈਸ ਸਟੇਟ ਬੈਂਕ ਆਫ ਇੰਡੀਆ ਤੇ ਫਿਰ ਜ਼ਿਲ੍ਹੇ ਦਾ ਨਾਮ। ਵਿਸ਼ਾ ਕੀ ਹੈ? ਕੈਸ਼ੀਅਰ ਵਿਰੁੱਧ ਸ਼ਿਕਾਇਤ। ਸ਼੍ਰੀਮਾਨ ਜੀ ਲਿਖ ਕੇ ਆਪਾਂ ਆਪਣੀ ਲੈਟਰ ਸ਼ੁਰੂ ਕਰਾਂਗੇ। ਇੱਕ 1.5 ਪੇਜ ਦੀ ਲੈਟਰ ਲਿਖਣੀ ਹੈ ਅਤੇ ਫਿਰ ਆਪਾਂ ਲਿਖਾਂਗੇ ਆਪ ਦਾ ਵਿਸ਼ਵਾਸ ਪਾਤਰ, ਆਪਣਾ ਨਾਮ। ਇਹ ਹੋ ਗਿਆ ਫਾਰਮੈਟ। ਹੁਣ ਅੰਦਰਲਾ ਮਟੀਰੀਅਲ ਆਪਾਂ ਇੱਕ ਐਗਜ਼ਾਮਪਲ ਦਾ ਰੀਡ ਕਰਦੇ ਹਾਂ। ਹੁਣ ਆਪਾਂ ਬੈਂਕ ਦੀ ਸ਼ਿਕਾਇਤ ਲਿਖਣੀ ਹੈ। ਆਪ ਜੀ ਦੇ ਬੈਂਕ ਦੀ ਸ਼ੋਭਾ ਸੁਣ ਕੇ ਮੈਂ ਆਪਣਾ ਖਾਤਾ, ਜਿਸ ਦਾ ਨੰਬਰ SB11410 ਹੈ, ਆਪ ਦੇ ਬੈਂਕ ਵਿੱਚ ਖੁਲਾਇਆ ਸੀ। ਉਹ ਕਹਿੰਦਾ ਹੈ ਕਿ ਮੈਂ ਤੁਹਾਡੇ ਬੈਂਕ ਦੀ ਬਹੁਤ ਤਾਰੀਫ ਸੁਣੀ ਸੀ ਤੇ ਮੈਂ ਆਪਣਾ ਖਾਤਾ ਖੁਲਵਾਉਣਾ ਸੀ। ਆਪ ਦੇ ਸਟਾਫ ਤੋਂ ਪ੍ਰਭਾਵਿਤ ਹੋ ਕੇ ਮੈਂ ਆਪਣੇ ਕਈਆਂ ਸੱਜਣਾ ਮਿੱਤਰਾਂ ਦੇ ਖਾਤੇ ਵੀ ਆਪ ਦੇ ਬੈਂਕ ਵਿੱਚ ਖੁਲਵਾਏ ਹਨ ਅਤੇ ਸਦਾ ਆਪਣੇ ਆਪ ਦੇ ਚੰਗੇ ਵਤੀਰੇ ਤੇ ਸੋਹਲੇ ਗਾਉਂਦਾ ਹਾਂ। ਯਾਨੀ ਕਿ ਦੱਸਦਾ ਹੈ ਕਿ ਉੱਥੇ ਦਾ ਜਿਹੜਾ ਸਟਾਫ ਹੈ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਹੈ ਅਤੇ ਤਾਂ ਕਰਕੇ ਉਹਨੇ ਆਪਣੇ ਸੱਜਣ ਮਿੱਤਰਾਂ ਨੂੰ ਵੀ ਕਿਹਾ ਹੈ ਉੱਥੇ ਆਪਣਾ ਅਕਾਊਂਟ ਖੁਲਵਾਉਣ ਲਈ, ਯਾਨੀ ਕਿ ਆਪਣਾ ਖਾਤਾ ਖੁਲਵਾਉਣ ਲਈ। ਪਰ ਅੱਜ ਮੈਂ ਬੜੇ ਦੁਖੀ ਹਿਰਦੇ ਨਾਲ ਲਿਖ ਰਿਹਾ ਹਾਂ ਕਿ ਮੈਂ ਕੱਲ ਤੁਹਾਡੇ ਬੈਂਕ ਵਿੱਚ ਆਪਣੇ ਕਲਰਕ ਨੂੰ ਭੇਜਣ ਦੀ ਬਜਾਏ ਆਪ ਹੀ ਕੁਝ ਰਕਮ ਜਮ੍ਹਾਂ ਕਰਵਾਉਣ ਲਈ ਗਿਆ। ਮੈਂ ਜਦੋਂ ਰੁਪਏ ਜਮ੍ਹਾਂ ਕਰਨ ਲਈ ਆਪ ਦੇ ਖਜ਼ਾਨਚੀ ਨੂੰ ਦਿੱਤੇ, ਯਾਨੀ ਕਿ ਆਪਣੇ ਅਕਾਊਂਟੈਂਟ ਨੂੰ ਦਿੱਤੇ ਤੁਹਾਡੇ, ਤਾਂ ਉਸਨੇ 300 ਦੇ ਨੋਟ ਕੱਢ ਕੇ ਮੈਨੂੰ ਦਿੱਤੇ ਅਤੇ ਕਿਹਾ ਕਿ ਨੋਟ ਖਰਾਬ ਹੈ। ਮੈਂ ਉਸਨੂੰ ਬਹੁਤ ਸਮਝਾਇਆ ਪਰ ਉਹ ਟਸ ਤੋਂ ਮਸ ਨਾ ਹੋਇਆ ਅਤੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਉਹ ਕਹਿੰਦਾ ਹੈ ਕਿ ਮੈਂ ਆਪਣਾ ਜਿਹੜਾ ਮੇਰਾ ਮੁਨੀਮ ਆ ਉਹਨੂੰ ਨਾ ਭੇਜਣ ਦੀ ਬਜਾਏ ਮੈਂ ਖੁਦ ਪੈਸੇ ਜਮ੍ਹਾਂ ਕਰਾਉਣ ਗਿਆ ਤੇ ਜਦੋਂ ਮੈਂ ਤੁਹਾਡੇ ਅਕਾਊਂਟੈਂਟ ਨੂੰ ਦਿਖਾਏ ਤਾਂ ਉਸਨੇ ਮੈਨੂੰ ਨੋਟ ਫੜਾ ਦਿੱਤੇ ਤੇ ਉਹਨੇ ਕਿਹਾ ਕਿ ਇਹ ਨੋਟ ਠੀਕ ਨਹੀਂ ਹੈ। ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਅਸਲ ਵਿੱਚ ਕੋਈ ਵੀ ਨੋਟ ਖਰਾਬ ਨਹੀਂ ਸੀ। ਕੋਲ ਖਲੋਤੇ 2-3 ਹੋਰ ਬੰਦਿਆਂ ਨੇ ਵੀ ਉਸ ਨੂੰ ਸਮਝਾਇਆ ਪਰ ਉਸਦੇ ਕੰਨਾਂ ਉੱਤੇ ਜੂੰ ਤੱਕ ਨਾ ਸਰਕੀ। ਸਗੋਂ ਉਸਨੇ ਅੱਗੋਂ 2-3 ਅਯੋਗ ਸ਼ਬਦ ਮੈਨੂੰ ਆਖ ਦਿੱਤੇ, ਜਿਸ ਦਾ ਬਾਹਰ ਖਲੋਤੇ ਗਾਹਕਾਂ ਅਤੇ ਆਪਦੇ ਬਾਕੀ ਸਟਾਫ ਨੇ ਬਹੁਤ ਬੁਰਾ ਮਨਾਇਆ। ਮੈਂ ਉਸ ਵੇਲੇ ਆਪ ਜੀ ਦੇ ਦਫ਼ਤਰ ਵਿੱਚ ਗਿਆ ਪਰ ਤੁਸੀਂ ਉਸ ਵੇਲੇ ਬੈਂਕ ਦੇ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਏ ਹੋਏ ਸੀ। ਮੁੱਕਦੀ ਗੱਲ, ਮੈਂ ਤੁਹਾਨੂੰ 100 ਰੁਪਏ ਹੋਰ ਲਿਆ ਕੇ ਰਕਮ ਪੂਰੀ ਕਰ ਦਿੱਤੀ। ਹੁਣ ਮੈਂ ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰਦਾ ਹਾਂ ਕਿ ਇਸ ਘਟਨਾ ਦੀ ਖਜ਼ਾਨਚੀ ਤੋਂ ਪੁੱਛ ਪੜਤਾਲ ਕੀਤੀ ਜਾਵੇ। ਜੇਕਰ ਉਸ ਕੈਸ਼ੀਅਰ ਦੇ ਵਤੀਰੇ ਵਿੱਚ ਸੁਧਾਰ ਨਾ ਹੋਇਆ ਤਾਂ ਕਈ ਹੋਰ ਵਪਾਰੀ ਆਪਦੇ ਬੈਂਕ ਵਿੱਚ ਖਾਤੇ ਬਦਲ ਲੈਣਗੇ। ਯਾਨੀ ਕਿ ਉਹ ਕਹਿ ਰਿਹਾ ਹੈ ਕਿ ਤੁਸੀਂ ਦੇਖੋ ਕਿ ਤੁਹਾਡੇ ਜਿਹੜੇ ਤੁਹਾਡੇ EMPLOYEES ਹੈਗੇ ਹੈ ਉਹਨਾਂ ਦਾ ਜਿਹੜਾ ਵਤੀਰਾ ਹੈ ਉਹਨਾਂ ਨੂੰ ਸਹੀ ਰੱਖੋ, ਨਹੀਂ ਤਾਂ ਜਿਹੜੇ ਲੋਕੀ ਹੈ ਉਹ ਆਪਣਾ ਅਕਾਊਂਟ ਬੰਦ ਕਰਵਾ ਦੇਣਗੇ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਪੂਰੀ ਪੜਤਾਲ ਕਰਕੇ ਉਸ ਕੈਸ਼ੀਅਰ ਦੇ ਰੁੱਖੇ ਵਤੀਰੇ ਵਿੱਚ ਸੁਧਾਰ ਲਿਆਉਣ ਲਈ ਉਸਦੀ ਤਾੜਨਾ ਕਰੋਗੇ ਅਤੇ ਅੱਗੇ ਤੋਂ ਕੰਨ ਹੋ ਜਾਣ ਅਤੇ ਉਹ ਅੱਗੇ ਹੋ ਕੇ ਕਿਸੇ ਹੋਰ ਨਾਲ ਅਜਿਹਾ ਰੁੱਖਾ ਵਰਤਾਵ ਨਾ ਕਰੇ। ਤਾਂ ਫਿਰ ਉਹਨੂੰ ਸੁਜੈਸ਼ਨ ਦੇ ਰਿਹਾ ਕਿ ਮੈਂ ਚਾਹੁੰਦਾ ਕਿ ਇਨ ਫਿਊਚਰ ਇਹ ਚੀਜ਼ ਨਾ ਹੋਵੇ ਤੇ ਤੁਸੀਂ ਉਹਨੂੰ ਸਮਝਾਓ। ਫਿਰ ਆਪਾਂ ਲਿਖਾਂਗੇ ਆਪ ਦਾ ਵਿਸ਼ਵਾਸ ਪਾਤਰ ਤੇ ਆਪਣਾ ਨਾਮ। ਆਈ ਹੋਪ ਤੁਹਾਨੂੰ ਇਹ ਲੈਟਰ ਵੀ ਸਮਝ ਆ ਗਈ ਹੋਵੇ। ਇਹਦੇ ਨਾਲ ਆਪਣਾ ਸੈਕਸ਼ਨ D ਤੇ ਆਪਣਾ ਸੈਕਸ਼ਨ C ਕੰਪਲੀਟ ਹੋ ਜਾਂਦਾ ਐਂਡ ਆਪਣੀ 40 ਨੰਬਰ ਦੀ ਤਿਆਰੀ ਪੂਰੀ ਹੋ ਜਾਂਦੀ ਹੈ। ਥੈਂਕ ਯੂ।